अस्सलाम वालेकुम दोस्तों, उम्मीद करदा खैर नाल असीं फटे होए मैगनेट वाली गन नूं रिपेयरिंग करन दा तरीका। अज दी वीडियो कि जिन्हां गन्नां दे मैगनेट आउंदे ओवन फट जांदे, टुट जांदे जां तिड़क जांदे, एक ही चीज़ दा लफज मुख्तलिफ, ते उहनूं रिपेयरिंग करांगे अज। ते वीडियो ते देखियो पूरी एंड तक, ते कैसा तजर्बा रहिंदा, एह् रिपेयरिंग पॉसीबल है या नहीं पॉसीबल, ये तुहानूं वीडियो दे एंड ते लग्गेगा पता। इहदा सिद्ध पुट्ठ फिंजां मतलब जेह्ड़ी जाली नहीं लग्गियां, टेढ़ियां जालियां लग्गियां। ਇਹਦਾ सब तो ਪਹਿਲੇ ਤਾਂ ਇਹਦਾ ਲਾਗ ਲੱਗੇ ਹੁੰਦੇ ਆ, ਕੰਨ ਬਣੇ ਹੁੰਦੇ ਆ, ਲਾਗ ਲੱਗੇ ਹੁੰਦੇ ਜਿਹਦੇ 'ਚ ਫਰੰਟ ਪੱਤਰੀ ਹੁੰਦੀ, ਉਹਨੂੰ ਇੱਕ ਕਿੱਲ ਦੀ ਮਦਦ ਨਾਲ ਕੰਨ ਢਿੱਲੇ ਕਰ ਲੈਣੇ, ਕੰਨ ਚੁੱਕ ਲੈਣੇ ਆ, ਪੱਤਰੀਆਂ ਹਟਾ ਲੈਣੀਆਂ। ਠੀਕ ਹੈ, ਪੱਤਰੀਆਂ ਹਟਾਉਣ ਤੋਂ ਬਾਅਦ ਫਿਰ ਇਹਦਾ ਅਗਲਾ ਬਾਕੀ ਪ੍ਰੋਸੀਜਰ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਦਿਖਾਉਂਦੇ ਹਾਂ। ਵੀਡੀਓ ਥੋੜ੍ਹੀ ਲੰਬੀ, ਪਰ ਇੰਨੀ ਲੰਬੀ ਨਹੀਂ, ਲੇਕਿਨ ਇਹ 'ਚ ਇਹਦੇ ਦੋ ਮਸਲੇ ਆ ਕਿ ਇੱਕ ਤਾਂ ਇਹਦਾ ਮੈਗਨੇਟ ਚੇਂਜ ਕਰਨ ਦਾ ਤਰੀਕਾ, ਮੈਗਨੇਟ ਕਿਸ ਤਰ੍ਹਾਂ ਚੇਂਜ ਕਰਨਾ, ਮੈਗਨੇਟ ਦਾ ਨਾਰਥ ਪੋਲ ਸਾਊਥ ਪੋਲ ਕਿੱਧਰ ਰੱਖਣਾ, ਉਹਦੀ ਤਰਤੀਬ ਕੀ ਹੁੰਦੀ ਆ, ਅਤੇ ਇਹਦੇ ਉੱਪਰ ਜਾਲੀ ਜਿਹੜੀ ਹੁੰਦੀ ਆ ਉਹਦਾ, ਯਾਨੀ ਸਾਰਾ ਤਰੀਕਾ ਪ੍ਰੋਸੀਜਰ ਕਰਕੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਗਨ ਰਿਪੇਅਰਿੰਗ ਇਸ ਤਰ੍ਹਾਂ। ਪਹਿਲੇ ਵੀ ਇੱਕ ਵੀਡੀਓ ਅਪਲੋਡ ਕੀਤੀ, ਉਹ 'ਚ ਹੋਲਡਰ ਸ਼ਾਟ ਸੀਗਾ 11 KB ਜਿਹੜਾ ਲੱਗਦਾ, ਅਤੇ ਉਹ ਬਿਹਤਰੀਨ ਵਰਕਿੰਗ ਕਰ ਰਿਹਾ, ਜ਼ਬਰਦਸਤ ਤਜਰਬਾ ਰਿਹਾ। ਆਹ ਇਹਦਾ ਗੋਟਾ, ਯਾਨੀ ਕਿ ਜਾਲੀ ਇਹ ਬਾਹਰ ਕੱਢ ਲੈਣੀ ਅਤੇ ਬਾਅਦ 'ਚੋਂ ਰੱਖਣੀ ਵੀ ਆ, ਇਹ ਬਹੁਤ ਅਹਿਮ ਹਿੱਸਾ ਇਹਦਾ। ਠੀਕ ਆ, ਅਤੇ ਇਸ ਤੋਂ ਬਾਅਦ ਦੀ ਫਰੰਟ ਜਿਹੜੀ ਪਲੇਟ ਉਹ ਚੁੱਕ ਦੇ ਤਾਂ। ਅਤੇ ਵੀਡੀਓ ਪੂਰੀ ਦੇਖਿਓ ਤਾਂ ਕਿ ਸਮਝ ਆਵੇ, ਅਤੇ ਰਿਪੇਅਰਿੰਗ ਕਰਨ ਵਾਲੇ ਬਣੇ ਹੋ ਤੁਸੀਂ ਵੀ। ਇਸ ਤਰ੍ਹਾਂ ਦੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ, ਉਹਦੇ ਨਾਲ ਮੇਰੀ ਤਾਂ ਹੌਸਲਾ ਅਫਜ਼ਾਈ ਹੋ ਜਾਂਦੀ ਅਤੇ ਬੰਦਾ ਤੁਰਿਆ ਰਹਿੰਦਾ। ਮੈਗਨੇਟ ਟੁੱਟ ਗਿਆ ਵਾ, ਲੇਜ਼ਰ ਸ਼ਾਰਟ ਹੁੰਦੀ ਵੈਸੇ ਤਾਂ ਮੈਗਨੇਟ ਨਿਸ਼ਾਨ ਲਾਉਣਾ ਲਾਜ਼ਮੀ ਆ, ਤਾਂ ਕਿ ਪਤਾ ਹੋਵੇ ਮੈਗਨੇਟ ਕਿਹੜਾ ਉੱਪਰਲੀ ਸਾਈਡ ਆ, ਕਿਹੜੀ ਨੀਚੇਲੀ ਸਾਈਡ ਆ। ਇਹਨਾਂ ਨਾਰਥ ਸਾਊਥ ਪੋਲ ਦੀ ਨਿਸ਼ਾਨਦੇਹੀ ਰਹਿੰਦੀ। ਬਾਹਰ ਕੱਢ ਲੈਣੇ, ਇਹਦੀ ਉੱਪਰਲੀ ਕੋਨ ਆ ਕੌਲੀ ਜਿਹੜੀ, ਇਹ ਤਾਂ ਬਾਹਰ ਆ ਜਾਂਦੀ, ਲੇਕਿਨ ਫਿਲਹਾਲ ਮੈਗਨੇਟ ਟੁੱਟਾ ਇਹਦਾ ਕਰਕੇ ਉਹ ਨਹੀਂ ਬਾਹਰ ਆ ਰਹੀ, ਉਹਨੂੰ ਵੀ ਪੇਚਕਸ ਪਾ ਕੇ ਅਤੇ ਬਾਹਰ ਕੱਢ ਲੈਣਾ। ਬਾਹਰ ਕੱਢ ਕੇ ਅਤੇ ਮੈਗਨੇਟ ਬਾਹਰ ਕੱਢ ਲਿਆ, ਨਿਸ਼ਾਨ ਇਹਦਾ ਲੱਗੇ ਆ, ਉਸ ਹਿਸਾਬ ਨਾਲ ਦੂਜਾ ਇੱਕ ਮੈਗਨੇਟ ਲੈਣਾ ਜਿਹਦਾ ਕੋਈ ਹੋਰ ਮਸਲਾ ਹੋਵੇ, ਜਿਹਦੇ ਅੰਦਰਲੀ ਯਾਨੀ ਕਿ ਖਰਾਬ ਹੋਵੇ ਨਾ, ਕੋਰ ਰੂਟਰ ਟਾਈਪ ਜਿਹੜੀ ਬਣੀ ਹੁੰਦੀ ਪੁਆਇੰਟ ਹੁੰਦੀ ਆ, ਜਿਹਦੀ ਉਹ ਖਰਾਬ ਹੋਵੇ, ਉਹ ਮੈਗਨੇਟ ਲੈਣਾ। ਇਹਦੀ ਕੌਲੀ ਪੁੱਟਲੀ ਆ, ਕੌਲੀ ਬਾਹਰ ਕੱਢਣ ਤੋਂ ਬਾਅਦ ਦੂਸਰੇ ਜਿਹੜਾ ਵਾ ਗਨ ਵਾ ਮੈਗਨੇਟ ਹੁਣ ਉਹਦਾ ਵੀ ਸੇਮ ਪ੍ਰੋਸੀਜਰ ਆ, ਲੇਕਿਨ ਵੀਡੀਓ ਥੋੜ੍ਹੀ ਫਾਸਟ ਕਰਤੀ ਮੈਂ। ਉਹਦੀਆਂ ਵੀ ਆ ਸਾਹਮਣੇ ਜਿਹੜਾ ਕਵਰ ਉਤਾਰਨ ਦਾ ਤਰੀਕੇਕਾਰ ਇਹੀ, ਉਹਦੇ ਲਾਕ ਵਗੈਰਾ ਹਟਾ ਲੈਣੇ ਆ, ਅਤੇ ਇਸੇ ਤਰ੍ਹਾਂ ਉਹਦਾ ਮੈਗਨੇਟ ਸਾਰਾ ਸੇਮ ਬਾਹਰ ਕੱਢ ਲੈਣਾ। ਠੀਕ ਆ, ਉਹਦਾ ਮੈਗਨੇਟ ਕੱਢ ਕੇ ਇਹਨੂੰ ਪਾਉਣੇ ਆ, ਫਿਰ ਤੁਹਾਨੂੰ ਮੈਂ ਦਿਖਾਉਂਦਾ ਕਿਸ ਤਰ੍ਹਾਂ ਪਾਉਂਦੇ ਅਤੇ ਕੀ ਹਿਸਾਬ ਕਿਤਾਬ। ਚੈਨਲ 'ਤੇ ਹੋਰ ਵੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਰਿਪੇਅਰਿੰਗ ਦੇ ਮੁਤਲਕ। ਰਿਪੇਅਰਿੰਗ ਦੇ ਮੁਤਲਕ ਵੀਡੀਓ ਉਹੀ ਹੁੰਦੀ ਹੈ ਜਿਹੜੀ ਜ਼ਾਤੀ ਤਜਰਬੇ 'ਚੋਂ ਗੁਜ਼ਰੀ ਹੋਵੇ। ਠੀਕ ਹੈ, ਹੁਣ ਉਹ 'ਚੋਂ ਮੈਗਨੇਟ ਕੱਢ ਕੇ 'ਚ ਪਾ ਤਾ, ਅਤੇ ਜਿਸ ਤਰ੍ਹਾਂ ਚੁੱਕਿਆ ਇਹ ਇਸ ਟਾਈਮ ਇਹਨੂੰ ਨਾਰਥ ਨੀਚੇ ਧਕੇਰ ਰਿਹਾ ਇਹਨੂੰ। ਠੀਕ ਹੈ, ਯਾਨੀ ਕਿ ਉਹਨੂੰ ਕਸ਼ ਇੱਕ ਦੂਜੇ ਨੂੰ ਮੈਗਨੇਟ ਪਰੇ ਧੱਕਦੇ, ਉਸ ਕੰਡੀਸ਼ਨ 'ਚ ਇਸ ਟਾਈਮ ਰੱਖਿਆ ਹੈ। ਠੀਕ ਹੈ, ਉੱਪਰ ਇਹਦੀ ਕੌਲੀ ਕਵਰ ਰੱਖਤਾ, ਇਹ ਵਾ ਇੱਕ ਮੈਗਨੇਟ ਨੂੰ ਦਰਮਿਆਨ ਕਰਦਾ, ਦੂਜਾ ਇਹਦੇ ਮੈਗਨੇਟ ਬਣਾਉਣ 'ਚ ਯਾਨੀ ਕਿ ਮਦਦ ਕਰਦਾ, ਨਾਰਥ ਸਾਊਥ ਪੋਲ ਨੂੰ ਕਲੀਅਰ ਕਰ, ਯਾਨੀ ਲੂਜ਼ਿੰਗ ਆਮ ਜ਼ਬਾਨ 'ਚ ਲੂਜ਼ਿੰਗ ਨਹੀਂ ਹੋਣ ਦਿੰਦਾ। ਜਾਲੀ ਦਾ ਕੰਮ ਹੈ ਇਹਨੂੰ ਅਰਥਿੰਗ ਦੇਣਾ, ਇੱਥੋਂ ਅਰਥ ਨਹੀਂ ਹੁੰਦਾ, ਲੂਜ਼ ਨਹੀਂ ਹੁੰਦੀ, ਲੇਜ਼ਰ ਸ਼ਾਰਟ ਨਹੀਂ ਹੁੰਦੀ, ਜਾਲੀ ਬਹਿੰਦੀ ਆ, ਕਿਨਾਰਾ ਬਹਿੰਦਾ ਇਹਦਾ ਇੱਥੇ। ਯਾਨੀ ਇੱਕ ਚੀਜ਼ ਨੂੰ ਦੋ ਚਾਰ ਨਾਮ ਮਿਲ ਜਾਂਦੇ ਆ, ਕਿ ਇਹਨੂੰ ਕਹਿ ਲਓ ਕਿ ਅਰਥਿੰਗ ਤੋਂ ਰੋਕਣ ਵਾਸਤੇ ਜਾਂ ਲੂਜ਼ਿੰਗ ਤੋਂ ਰੋਕ ਕੇ ਟਾਈਟ ਕਰਦੀ ਆ, ਬਹਿੰਦੀ ਆ, ਜਿਸ ਤਰ੍ਹਾਂ ਸੀਲ ਰੱਖ ਕੇ ਆਪਾਂ ਟਾਈਟ ਕਰਦੇ ਉਹ ਕੰਮ ਕਰਦੀ ਜਾਲੀ। ਕਵਰ ਲਾ ਤਾ ਵਾ, ਫਿੰਜ਼ਾਂ ਇਹਦੀਆਂ ਪੇਚਕਸ ਨਾਲ ਸੈੱਟ ਕਰ ਲੈਣੀਆਂ। ਠੀਕ ਆ, ਅਤੇ ਉਸ ਤੋਂ ਬਾਅਦ ਲਾ ਕੇ ਦੇਖਦੇ ਹਾਂ ਓਵਨ 'ਤੇ ਕੀ ਕੰਡੀਸ਼ਨ ਆ, ਕੀ ਸੂਰਤ ਹਾਲ। ਚੱਲਦੇ ਹਾਂ ਓਵਨ 'ਤੇ, ਓਵਨ 'ਤੇ ਲਾਉਂਦੇ ਹਾਂ ਓਵਨ 'ਤੇ ਕੀ ਕਹਿੰਦਾ ਹੈ। ਇਹ ਗਨ ਹਿੱਲਣੀ ਨਹੀਂ ਚਾਹੀਦੀ, ਉਹਨੂੰ ਟਾਈਟ ਕਰ ਲੈਣਾ, ਤਾਂ ਕਿ ਜਦੋਂ ਇਹ 'ਤੇ ਲੋਡ ਪੈਂਦਾ ਮੈਗਨੇਟ ਸੱਕ ਕਰਦੇ, ਮੈਗਨੇਟ ਖਿੱਚਦੇ ਆ, ਇਹ ਮੈਗਨੇਟ ਦੀ ਤਾਕਤ ਡਬਲ ਹੋ ਜਾਂਦੀ ਹੈ, ਇਸ ਲਈ ਫਿਰ ਢਿੱਲੀ ਨਹੀਂ ਹੋਣੀ ਚਾਹੀਦੀ ਹੈ, ਟਾਈਟ ਹੋ ਕੇ ਗਨ ਲੱਗਣੀ ਚਾਹੀਦੀ ਹੈ ਜਿਹੜੀ। ਇਸ ਲਈ ਪ੍ਰੋਪਰ ਇਹਨੂੰ ਮਸ਼ੀਨ ਦੇ ਨਾਲ ਜੈਕ ਲਾਉਂਦੇ ਆ। ਆਹ ਜੀ ਓਵਨ ਦੀ ਬਾਡੀ ਪਈ ਆ, ਓਵਨ 'ਚ ਲਗਾਉਂਦੇ ਹਾਂ, ਜੈਕ ਵਗੈਰਾ ਲਗਾ ਕੇ ਚੈੱਕ ਕਰਦੇ ਹਾਂ ਕੀ ਕੰਡੀਸ਼ਨ ਦਾ, ਕੀ ਕਰਦਾ। ਵੀਡੀਓ ਨੂੰ ਲਾਜ਼ਮੀ ਲਾਈਕ ਕਰਿਓ, ਅਤੇ ਕੋਈ ਵਾਧਾ ਘਾਟਾ ਕੋਈ ਗਲਤੀ ਹੋਵੇ ਤਾਂ ਲਾਜ਼ਮੀ ਕਮੈਂਟ ਕਰਿਆ ਕਰੋ। ਠੀਕ ਆ, ਉਹ 'ਚ ਕੁਛ ਸਿੱਖਣ ਸਿਖਾਉਣ ਨੂੰ ਮਿਲ ਜਾਂਦਾ।
ਇਸ ਟਾਈਮ ਚਾਲੂ ਕਰਤਾ ਲੇਕਿਨ ਇਸ ਟਾਈਮ ਸ਼ਾਰਟ ਆ। ਤੁਸੀਂ ਦੇ ਰਹੇ ਹੋ ਓਵਨ ਝਮੱਕੇ ਮਾਰਦਾ, ਅੱਖਾਂ ਮਾਰਨ ਦਿਆ ਓਵਨ, ਇਹਦਾ ਮਤਲਬ ਗਨ ਸ਼ਾਰਟ ਆ। ਜਾਂ ਸਾਡੇ ਕੋਲ ਗਨ ਜਿਹੜੀ ਆ ਉਹ ਸਹੀ ਤਰ੍ਹਾਂ ਰਿਪੇਅਰ ਨਹੀਂ ਹੋਈ, ਅਤੇ ਜਾਂ ਫਿਰ ਇੱਕ ਹੋਰ ਹੱਲ ਜਿਹੜਾ ਪਿਛਲੀ ਵੀਡੀਓ 'ਚ ਹੈਗਾ ਸੀਗਾ ਕਿ ਗਨ ਦਾ ਹੋਲਡਰ ਸ਼ਾਰਟ ਆ। ਪਹਿਲੇ ਹੋਲਡਰ ਚੈੱਕ ਕਰਾਂਗੇ, ਫਿਰ ਚੈੱਕ ਕਰਾਂਗੇ ਮੈਗਨੇਟ ਕਿਤੇ ਪੁੱਠਾ ਤਾਂ ਨਹੀਂ ਪੈ ਗਿਆ ਵੀਡੀਓ ਬਣਾਉਣ ਦੇ ਚੱਕਰਾਂ 'ਚ। ਠੀਕ ਹੈ, ਇਹਨੂੰ ਲਾਵਾਂਗੇ। ਆ ਹੁਣ ਮੈਗਨੇਟ ਦਾ ਗਨ ਦਾ ਲਾਇਆ ਵਾ, ਦੂਸਰਾ ਹੋਲਡਰ ਲਾਇਆ ਵਾ ਜੈਕ, ਅਤੇ ਗਨ ਸੀ ਠੀਕ ਹੋ ਗਿਆ। ਓਵਨ ਨੇ ਅੱਖਾਂ ਮਾਰਨੀਆਂ ਬੰਦ ਕਰਤੀਆਂ। ਹੁਣ ਚੈੱਕ ਕਰਾਂਗੇ ਇਹਦਾ ਜੈਕ ਕੱਟ ਕੇ, ਜਦੋਂ ਕਾਰ ਰਿਪੇਅਰਿੰਗ ਇਹ ਤਜਰਬੇ ਫਿਰ ਪੂਰੇ ਕਰਾਂਗੇ। ਇਹਦੀ ਗਨ ਕੱਟ ਕੇ ਫਿਰ ਮੈਂ ਚੈੱਕ ਕਰਦਾ ਇਹਦਾ ਹੋਲਡਰ ਤਾਂ ਨਹੀਂ ਕਿਤੇ ਸ਼ਾਰਟ। ਗਨ ਉਹੀ ਆ ਜਿਹੜੀ ਮੈਂ ਰਿਪੇਅਰਿੰਗ ਕੀਤੀ ਨਾ, ਗਨ ਉਹੀ ਆ, ਅਤੇ ਗਨ ਨੇ ਸ਼ਾਰਟ ਹੋ ਕੇ ਅਤੇ ਮੈਗਨੇਟ ਪਾੜਿਆ। ਜਿੱਥੋਂ ਤੱਕ ਮੇਰਾ ਦਿਨ ਜਾ ਰਿਹਾ ਅਤੇ ਮੈਗਨੇਟ ਦਾ ਹੋਲਡਰ ਸ਼ਾਰਟ ਹੋਇਆ ਅਤੇ ਇਹਨੇ ਓਵਨ 'ਤੇ ਯਾਨੀ ਕਿ ਮੈਗਨੇਟ ਨੂੰ ਡਿਸਟਰਬ ਕੀਤਾ, ਮੈਗਨੇਟ ਫਟ ਗਿਆ। ਅਕਸਰ ਇਸ ਤਰ੍ਹਾਂ ਹੁੰਦੀ। ਜਾਂ ਤਾਂ ਕੋਈ ਬਰਤਨ ਰੱਖ ਦਿਓ ਸਟੀਲ ਦਾ, ਉਹਦੇ ਨਾਲ ਇਹਦੀਆਂ ਸ਼ਵਾਵਾਂ ਜਿਹੜੀਆਂ ਉਹ ਡਿਸਟਰਬ ਹੋਣ ਦੇ। ਤਾਂ ਹੁਣ ਇਸ ਟਾਈਮ ਹੋਲਡਰ ਸ਼ਾਰਟ ਆ, ਤੁਸੀਂ ਦੇਖ ਰਹੇ ਹੋ ਇਸ ਟਾਈਮ। ਇੱਕ ਇਹਦਾ ਕੰਨ, ਇੱਕ ਪਿੰਨ ਸ਼ਾਰਟ ਆ, ਇਹਦਾ ਬਾਹਰ ਕੱਢਾਂਗੇ ਹੋਲਡਰ। ਠੀਕ ਆ, ਹਾਈ ਵੋਲਟੇਜ ਹੋਲਡਰ ਬਾਹਰ ਕੱਢਾਂਗੇ। ਤੁਹਾਨੂੰ ਮੈਂ ਚੈੱਕ ਕਰਾਉਣਾ ਇੱਕ ਸ਼ਾਰਟ ਹੈ ਇੱਕ ਨਹੀਂ। ਹਾਂ ਤੁਸੀਂ ਦੇਖਿਓ ਉਧਰ ਆ ਜਿਹੜਾ ਇਸ ਟਾਈਮ ਇਹ ਸਹੀ ਹੈ ਮੇਰੇ ਕੋਲ, ਆਹ ਖਰਾਬ ਆ। ਠੀਕ ਆ, ਇਹ ਇਸ ਟਾਈਮ ਇੱਕ ਸ਼ਾਰਟ ਆ ਬੋਲਣ ਦਰਮਿਆਨ 'ਚ ਜਿਹੜਾ ਨਾ ਕੰਨ ਜਿਹੜਾ ਪੱਤਰੀ ਸਪੋਰਟ ਪੱਤਰੀ ਲੱਗਦੀ ਨਾਲ ਨਾ ਸਟਿਪ, ਉਹ ਸ਼ਾਰਟ ਹੋ ਜਾਂਦੀ ਹੈ, ਜਿਹਦਾ ਕਰਕੇ ਨਾ ਹੋਲਡਰ ਸ਼ਾਰਟ ਹੋ ਜਾਂਦਾ ਅਤੇ ਉਹ ਫਿਰ ਮੈਗਨੇਟ ਡਿਸਟਰਬ ਹੁੰਦਾ, ਪਟਾਕਾ ਮਾਰ ਜਾਂਦਾ। ਬਾਅਦ ਦਫਾ ਅਗਲਾ ਫਟ ਜਾਂਦਾ, ਬਾਅਦ ਦਫਾ ਪਿਛਲਾ ਫਟ ਜਾਂਦਾ। ਅਗਰ ਚੇਂਜ ਕਰਨਾ ਹੋਵੇ ਤਾਂ ਦੋਨੋਂ ਇਸੇ ਤਰੀਕੇ ਨਾਲ ਕੱਢ ਕੇ ਇਹਨੂੰ ਲਾਵਾਂਗੇ ਸੂਤਰ ਅਤੇ ਨਟ ਪੇਚ ਦੀ ਗ੍ਰਿਫਤ ਕਰਨਗੇ ਅਤੇ ਨਾਲੇ ਇਹਨੂੰ ਦੇਣਗੇ ਅਰਥਿੰਗ ਪ੍ਰੋਪਰ, ਯਾਨੀ ਕਿ ਲੂਜ਼ਿੰਗ ਨਹੀਂ ਰਹੇਗੀ। ਲੂਜ਼ਿੰਗ ਰਹੇਗੀ ਤਾਂ ਕੰਮ ਖਰਾਬ ਹੋਣਾ, ਕਿਉਂਕਿ ਪਹਿਲੇ ਵੀ ਇੱਕ ਦਫਾ ਤੁਹਾਨੂੰ ਇਹਦੀ ਵੀਡੀਓ ਓਵਨ ਦੀ ਚਾੜੀ ਆ ਜਿਸ 'ਚ ਲੂਜ਼ਿੰਗ ਹੋ ਜਾਂਦੀ ਆ ਅਤੇ ਬਾਰ ਟ੍ਰਿਪ ਕਰਦਾ, ਉਹ ਵੀ ਵੀਡੀਓ ਚੈਨਲ 'ਤੇ ਅਪਲੋਡ ਕੀਤੀ ਆ। ਉਹ ਬੜਾ ਵੱਡਾ ਮਸਲਾ ਸੀ। ਹੁਣ ਇਹਨੂੰ ਪਿੰਨ ਲਾਤੀ ਆ ਅਤੇ ਇਹਨੂੰ ਲਾਤੇ ਸਟੱਡ ਲਾਤੇ, ਜਿੰਨਾ ਨਾ ਇਹ ਰਹੇਗੀ ਸਪਾਰਕਿੰਗ ਨਹੀਂ ਰਹੇਗੀ। ਟਾਂਕਾ ਇਸ ਲਈ ਲਾਈਦਾ, ਇੱਥੇ ਹੀਟ ਜ਼ਿਆਦਾ ਹੁੰਦੀ ਆ ਅਤੇ ਜ਼ਿਆਦਾ ਹੀਟ ਦਾ ਕਰਕੇ ਟਾਂਕਾ ਮੈਲਟ ਨਾ ਜਾਵੇ। ਹੁਣ ਇਸ ਟਾਈਮ ਹੋਲਡਰ ਬਿਲਕੁਲ ਓਕੇ ਆ। ਠੀਕ ਹੈ, ਇਹਨੂੰ ਲਗਾਉਂਦੇ ਦੁਬਾਰਾ ਓਵਨ 'ਤੇ ਲਾ ਕੇ ਦੇਖਦੇ ਹਾਂ ਇਹ ਹੁਣ ਸਾਡੇ ਨਾਲ ਕੀ ਕਰਦਾ। ਸਾਡੀ ਮਿਹਨਤ ਰੰਗ ਲਾਉਂਦੀ ਆ, ਮੁੱਲ ਪਾਉਂਦੀ ਆ ਕਿ ਜਾਂ ਨਹੀਂ ਪਾਉਂਦੀ। ਅਤੇ ਦੁਬਾਰਾ ਇਹਨੂੰ ਇਹਦੇ ਗਨ ਨੂੰ ਫਿੱਟ ਕਰਕੇ ਅਤੇ ਇਹਦਾ ਹੋਲਡਰ ਜੈਕ ਵਗੈਰਾ ਲਗਾਉਂਦੇ ਹਾਂ। ਜੈਕ ਵਗੈਰਾ ਲਗਾ ਕੇ ਅਤੇ ਫਿਰ ਦੇਖਦੇ ਹਾਂ ਓਵਨ ਦੇ ਕਿੰਨੇ ਐਂਪੀਅਰ ਆ ਜਾਂ ਕੀ ਆ। ਜਾਂ ਇਹਨੂੰ ਸਭ ਤੋਂ ਪਹਿਲਾਂ ਲਗਾਵਾਂਗੇ ਸੀਰੀਜ਼ 'ਤੇ, ਤਾਂ ਕਿ ਕੋਈ ਮਸਲਾ ਮਸਾਇਲ ਬਣੇ ਅਤੇ ਕੋਈ ਸ਼ਾਰਟ ਸਰਕਟ ਨਾ ਹੋਵੇ। ਮੀਟਰ ਲਾ ਲਿਆ ਵਾ, ਸਪਲਾਈ ਲਾ ਲਈ ਆ, ਅਤੇ ਇਸ ਟਾਈਮ ਸੀਰੀਜ਼ ਚਾਲੂ ਕਰਤਾ। ਤੁਹਾਨੂੰ ਬਲਬ ਦਿਖਾਉਣਾ ਦੇ ਨਾਲ ਸਟਾਰਟ ਕਰਦਾ। ਅਤੇ ਆਹ ਦੇਖੋ ਜੀ ਬਲਬ ਔਨ ਹੋ ਗਿਆ ਸਾਡਾ, ਇਹਦਾ ਮਤਲਬ ਕਿ ਗਨ ਨਹੀਂ ਸ਼ਾਰਟ, ਗਨ ਓਕੇ ਆ। ਹੁਣ ਇਹਨੂੰ ਲਗਾਵਾਂਗੇ ਡਾਇਰੈਕਟ, ਫਿਰ ਵੇਖਦੇ ਕਿੰਨੇ ਐਂਪੀਅਰ ਲੈਂਦੀ ਆ। ਜਿਹੜਾ ਪਾਣੀ ਵਿੱਚ ਰੱਖਤਾ ਵਾ, ਅਤੇ ਪਾਣੀ ਵਿੱਚ ਰੱਖਣ ਤੋਂ ਬਾਅਦ ਇਹਨੂੰ ਲਾਵਾਂਗੇ ਡਾਇਰੈਕਟ, ਅਤੇ ਮੀਟਰ ਕਰਦਾ ਚਾਲੂ। ਅਤੇ ਮੀਟਰ ਮੇਰੇ ਦੀ ਬੈਟਰੀ ਆ ਲੋ, ਹੁਣ ਪਤਾ ਨਹੀਂ ਐਂਪੀਅਰ ਪੂਰੇ ਦੱਸ ਰਿਹਾ ਜਾਂ ਲੋ ਦੱਸ ਰਿਹਾ, ਇਹ 'ਚ ਕਨਫਿਊਜ਼ਨ ਆ। ਕਿਉਂਕਿ ਇਹ ਵੀ ਗੱਲ 100% ਸਹੀ ਹੈ ਕਿ ਬੈਟਰੀ ਲੋ ਹੋਵੇ ਅਤੇ ਐਂਪੀਅਰ ਡਿਸਟਰਬ ਕਰਦਾ। ਇਸ ਟਾਈਮ ਚੱਲ ਪਿਆ ਵਾ, ਗਨ ਦੀ ਆਵਾਜ਼ ਆਉਂਦੀ ਚੱਲਣ ਦੀ, ਜਾਂ ਲੋਡ ਦੀ ਉਹ ਵੀ ਆ ਗਈ, ਅਤੇ 4 ਐਂਪੀਅਰ ਲੈਣ ਦਿਆ। ਜੇ ਅਗਰ 4 ਐਂਪੀਅਰ ਲੈ ਰਿਹਾ ਫਿਰ ਥੋੜ੍ਹਾ ਜਿਹਾ ਪਾਣੀ ਗਰਮ ਹੋ ਗਿਆ ਵਾ, ਇਹਦਾ ਮਤਲਬ ਮੀਟਰ ਦੇ 1-2 ਐਂਪੀਅਰ ਦਾ ਫਰਕ ਆ ਰਿਹਾ। ਉਹ ਸੈੱਲ ਚੇਂਜ ਕਰਾਂਗੇ। ਲੇਕਿਨ ਇਸ ਟਾਈਮ ਪਾਣੀ ਇਹਨੇ ਬਿਹਤਰੀਨ ਗਰਮ ਕੀਤਾ, ਅਤੇ ਕੀਤਾ 45 ਸੈਕਿੰਡ 'ਚ। 35 ਤੋਂ ਦੁਬਾਰਾ 15 ਸੈਕਿੰਡ ਲਾਇਆ ਸੀ। ਆਹ ਚੀਜ਼ ਆ। ਅਤੇ ਗਨ ਤੁਹਾਨੂੰ ਦੁਬਾਰਾ ਦਿਖਾਉਂਦਾ ਮੈਂ ਕਿ ਗਨ ਉਹੀ ਆ, ਰਿਪੇਅਰਿੰਗ ਕੀਤੀ। ਅਤੇ ਵੀਡੀਓ ਅੱਛੀ ਲੱਗੇ ਤਾਂ ਲਾਜ਼ਮੀ ਚੈਨਲ ਸਬਸਕ੍ਰਾਈਬ ਕਰਿਓ। ਮਿਲਾਂਗੇ ਨੈਕਸਟ ਵੀਡੀਓ। ਅੱਲਾ ਖੈਰ ਰੱਖੇ, ਰੱਬ ਰੱਖਾ।